ਹੈਲੋ ਸਟੂਡੈਂਟਸ, ਹੁਣ ਤੱਕ ਤੁਸੀਂ ਪੜ੍ਹ ਚੁੱਕੇ ਹੋ ਐਟਮ ਬਾਰੇ, ਨਿਊਕਲੀਆਈ ਬਾਰੇ, ਆਈਸੋਟੋਪ, ਆਈਸੋਟੋਨ, ਆਈਸੋਬਾਰ, ਰੇਡੀਓਐਕਟਿਵ ਡੀਕੇ, ਅਲਫਾ ਬੀਟਾ ਐਂਡ ਗਾਮਾ ਡੀਕੇ। ਨੈਕਸਟ ਹੁਣ ਆਪਾਂ ਪੜਾਂਗੇ ਅੱਜ ਮਾਸ ਐਨਰਜੀ ਰਿਲੇਸ਼ਨ। ਫਸਟ ਟੋਪਿਕ ਹੈ ਆਪਣਾ ਕਲਾਸ ਅੱਜ ਦਾ ਮਾਸ ਡਿਫੈਕਟ। ਥਰਡ ਹੈ ਆਪਣੇ ਕੋਲ ਬਾਈਂਡਿੰਗ ਐਨਰਜੀ ਐਂਡ ਫੋਰਥ ਵਨ ਇਜ਼ ਵੇਰੀਏਸ਼ਨ ਆਫ ਬਾਈਂਡਿੰਗ ਐਨਰਜੀ ਪਰ ਨਿਊਕਲੀਓਨ ਵਿਦ ਮਾਸ ਨੰਬਰ। ਬਾਈਂਡਿੰਗ એનર્ਜੀ ਦਾ ਟੌਪਿਕ ਬਹੁਤ ਇੰਪੋਰਟੈਂਟ ਹੈ, ਇਸ ਲਈ ਧਿਆਨ ਨਾਲ ਸੁਣਨਾ। ਫਸਟਲੀ ਆਪਾਂ ਸਟਾਰਟ ਕਰ ਰਹੇ ਹਾਂ ਮਾਸ એનર્ਜੀ ਰਿਲੇਸ਼ਨ ਤੋਂ। ਮਾਸ એનર્ਜੀ ਰਿਲੇਸ਼ਨ ਅਕੋਰਡਿੰਗ ਟੂ ਦਿਸ law, the sum of mass energy of system of a particle is the same before and after an interaction। ਜਦੋਂ ਵੀ ਕੋਈ ਇੰਟਰੈਕਸ਼ਨ ਹੁੰਦੀ ਹੈ, ਇੰਟਰੈਕਸ਼ਨ ਹੋਣ ਤੋਂ ਪਹਿਲਾਂ ਵੀ ਐਂਡ ਇੰਟਰੈਕਸ਼ਨ ਹੋਣ ਤੋਂ ਬਾਅਦ ਵੀ, ਜਿਹੜਾ ਮਾਸ એનર્ਜੀ ਸਿਸਟਮ ਦਾ ਮਾਸ ਤੇ એનર્ਜੀ ਦਾ ਸਮ ਹੋਊਗਾ ਉਹ ਹਮੇਸ਼ਾ ਕੀ ਰਹੂਗਾ? ਸੇਮ ਰਹੂਗਾ। ਸਮ ਆਫ ਮਾਸ એનર્ਜੀ ਆਫ ਅ ਸਿਸਟਮ ਆਫ ਅ ਪਾਰਟੀਕਲਸ, ਸਿਸਟਮ ਦੇ ਵਿੱਚ ਜਿਹੜੇ ਪਾਰਟੀਕਲਸ ਨੇ ਉਹਨਾਂ ਦੀ ਮਾਸ ਤੇ એનર્ਜੀ ਦਾ ਜਿਹੜਾ ਸਮ ਹੋਊਗਾ ਉਹ ਬਿਫੋਰ ਐਂਡ ਆਫਟਰ ਇੰਟਰੈਕਸ਼ਨ ਕੀ ਰਹੂਗਾ? ਹਮੇਸ਼ਾ ਸੇਮ ਰਹੂਗਾ। ਮਾਸ એનર્ਜੀ ਰਿਲੇਸ਼ਨ ਦਿੱਤਾ ਕਿੰਨੇ ਸੀ? Einstein was the first to establish the equivalence of mass and energy through the relation। Einstein ਸੀ ਜਿਹਨੇ ਮਾਸ એનર્ਜੀ ਰਿਲੇਸ਼ਨ ਦਿੱਤਾ ਸੀ ਤੇ ਰਿਲੇਸ਼ਨ ਹੈਗਾ ਕੀ ਸੀ? E is equal to mc square। E એનર્ਜੀ, m ਮਾਸ, c ਸਕੁਅਰ ਕੀ ਹੈ ਇੱਥੇ? ਸਪੀਡ ਆਫ ਲਾਈਟ ਤੇ ਇਹ ਕੀ ਹੈ? ਇੱਕ ਕਨਸਟੈਂਟ ਹੈ। ਇਸ ਰਿਲੇਸ਼ਨ ਤੋਂ ਪਤਾ ਕੀ ਲੱਗ ਰਿਹਾ? The relation means that when a certain mass m disappear, the relation means that when certain mass m disappears, an equivalent amount of energy E appears and vice versa। relation ਤੋਂ ਇਹ ਪਤਾ ਲੱਗਦਾ ਹੈ ਵੀ ਜੇ ਕਿਤੇ ਥੋੜੀ ਜਿਹੀ ਅਮਾਉਂਟ ਮਾਸ ਦੀ, ਜਿੰਨੀ ਵੀ ਆਪਾਂ ਮੰਨ ਕੇ ਚੱਲੀਏ ਮਾਸ ਡਿਸਅਪੀਅਰ ਹੋ ਗਿਆ ਰਿਐਕਸ਼ਨ ਦੇ ਵਿੱਚ, ਤਾਂ ਉਨੀ ਹੀ ਇਕੁਇਵਲੈਂਟ ਅਮਾਉਂਟ ਦੇ ਵਿੱਚ એનર્ਜੀ ਕੀ ਹੋਣੀ ਸ਼ੁਰੂ ਹੋ ਜੂਗੀ? ਅਪੀਅਰ ਹੋ ਜੂਗੀ। ਜਾਂ ਫਿਰ ਉਲਟਾ ਲੈ ਲਓ, ਜੇ એનર્ਜੀ ਡਿਸਅਪੀਅਰ ਹੋ ਰਹੀ ਹੈ ਤਾਂ ਮਾਸ ਕੀ ਹੋਣਾ ਸ਼ੁਰੂ ਹੋ ਜੂਗਾ? ਅਪੀਅਰ ਹੋ ਜੂਗਾ। ਮਤਲਬ ਕਿ ਮਾਸ ਤੇ એનર્ਜੀ ਦਾ ਸਮ ਹੈ ਹਮੇਸ਼ਾ ਕੀ ਰਹੂਗਾ? ਸੇਮ ਰਹੂਗਾ। ਇੱਕ ਚੀਜ਼ ਵੱਧ ਰਹੀ ਚਾਹੇ ਘਟ ਰਹੀ, ਜੇ ਇੱਕ ਚੀਜ਼ ਵੱਧ ਰਹੀ ਹੈ ਤਾਂ ਦੂਸਰੀ ਘਟ ਜੂਗੀ, ਜੇ ਦੂਸਰੀ ਘਟ ਰਹੀ ਹੈ ਤਾਂ ਪਹਿਲੀ ਕੀ ਹੋ ਜੂਗੀ? ਵੱਧ ਜੂਗੀ। ਇਹ ਰਿਲੇਸ਼ਨ ਆਪਾਂ ਨੂੰ ਇਹ ਚੀਜ਼ ਦੱਸਦਾ ਹੈ E is equal to mc square। ਇਕੁਇਵਲੈਂਸ ਮਾਸ એનર્ਜੀ ਰਿਲੇਸ਼ਨ ਮੀਨਸ ਕੀ ਹੈ? ਇਹਦੇ ਚ ਆਪਣੇ ਕੋਲ ਸਮ ਆਫ mass and energy of a system remains constant before and after the interaction। ਹੁਣ next ਕੀ ਹੈ ਆਪਣੇ ਕੋਲ? ਜਦੋਂ ਆਪਾਂ ਪਾਰਟੀਕਲ ਦਾ ਮਾਸ ਮੈਜ਼ਰ ਕਰਦੇ ਹਾਂ, the mass of particle measured in a frame of reference in which particle is at rest। ਉਹ frame of reference ਜਿਹਦੇ ਵਿੱਚ ਪਾਰਟੀਕਲ ਰੈਸਟ ਤੇ ਹੈ, ਤਾਂ ਉਸ ਚ ਉਹਦੇ ਮਾਸ ਨੂੰ ਆਪਾਂ ਕੀ ਕਹਾਂਗੇ? ਰੈਸਟ ਮਾਸ। and it is usually denoted by m naught। ਤੇ ਇਹਨੂੰ ਆਪਾਂ ਡਿਨੋਟ ਕਰਦੇ ਹਾਂ m naught ਦੇ ਨਾਲ। ਤਾਂ ਰੈਸਟ ਮਾਸ એનર્ਜੀ ਕਿੰਨੀ ਹੋ ਜੂਗੀ? m naught c square। ਮੰਨ ਲਓ if T is the kinetic energy, if T is the kinetic energy of the particle, then its total energy is। ਜੇ T kinetic energy ਹੈ ਪਾਰਟੀਕਲ ਦੀ ਤਾਂ ਉਹਦੀ total energy ਕਿਸ ਚੀਜ਼ ਦੇ ਇਕੁਅਲ ਹੋਊਗੀ? E is equal to rest mass energy plus kinetic energy of the particle। rest mass energy ਕਿੰਨੀ ਹੈ ਆਪਣੇ ਕੋਲ? m naught c square plus kinetic energy ਕਿੰਨੀ ਮੰਨ ਕੇ ਚੱਲਦੇ ਹਾਂ? T। ਇਹ ਸੀ ਮਾਸ એનર્ਜੀ ਇਕੁਇਵਲੈਂਸ ਜਿਹੜਾ ਦਿੱਤਾ ਸੀ ਆਇਨਸਟਾਈਨ ਨੇ। E is equal to mc square। if m disappear then E appears। ਮਤਲਬ sum of mass and energy of a system of particles always remain same before and after the interaction। Next topic ਹੈ ਹੁਣ mass defect। definition ਹੈ ਇਹਦੀ the difference between the sum of masses of neutrons and protons forming a nucleus and mass of the nucleus is called mass defect। ਜਿਹੜੇ ਨਿਊਟਰੋਨ ਤੇ ਪ੍ਰੋਟੋਨ ਨਿਊਕਲੀਅਸ ਨੂੰ ਬਣਾਉਂਦੇ ਨੇ, sum of masses of neutrons and protons, ਉਹਨਾਂ ਦੋਨਾਂ ਦੇ masses ਦਾ sum and mass of nucleus ਤੇ ਨਿਊਕਲੀਅਸ ਦੇ ਮਾਸ, ਇਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੁੰਦਾ ਹੈ ਉਸ ਡਿਫਰੈਂਸ ਨੂੰ ਆਪਾਂ ਕੀ ਕਹਿ ਦਿੰਦੇ ਆ? ਮਾਸ ਡਿਫੈਕਟ। ਐਗਜ਼ਾਮਪਲ ਦੇਖ ਲਓ, ਇੱਥੋਂ ਡਾਇਗਰਾਮ ਤੋਂ ਪਤਾ ਚੱਲ ਜੂਗਾ। ਦੇਖੋ ਨਿਊਟਰੋਨ ਤੇ ਪ੍ਰੋਟੋਨ ਦੋਨੇ ਨਿਊਕਲੀਅਸ ਨੂੰ ਬਣਾਉਂਦੇ ਨੇ, ਇਹ ਹੀਲੀਅਮ ਨਿਊਕਲੀਅਸ ਹੈ, 2 ਨਿਊਟਰੋਨ 2 ਪ੍ਰੋਟੋਨ। ਇੱਥੇ ਮਾਸ ਦੇਖੋ
ਤੇ ਇੱਥੇ ਮਾਸ ਦੇਖੋ ਥੋੜਾ ਜਿਹਾ ਫਰਕ ਹੈ ਦੋਨਾਂ ਦੇ ਮਾਸਿਸ ਦੇ ਵਿੱਚ। ਤਾਂ ਜਿਹੜਾ ਇਹ ਡਿਫਰੈਂਸ ਹੈ ਇਸ ਡਿਫਰੈਂਸ ਨੂੰ ਆਪਾਂ ਕੀ ਕਹਿ ਰਹੇ ਹਾਂ, ਮਾਸ ਡਿਫੈਕਟ ਕਹਿ ਰਹੇ ਹਾਂ। The difference between the sum of masses of neutrons and protons forming a nucleus and mass of nucleus is called mass defect. Next, most important topic, binding energy. Firstly, definition. Binding energy of a nucleus is the energy with which nucleons are bound in the nucleus. ਉਹ એનર્ਜੀ ਨਿਊਕਲੀਅਸ ਦੀ ਉਹ એનર્ਜੀ ਜਿਹਦੇ ਨਾਲ ਜਿਹੜੇ ਨਿਊਕਲੀਓਨਸ ਨੇ ਨਿਊਕਲੀਅਸ ਦੇ ਅੰਦਰ ਬਾਉਂਡ ਹੋ ਕੇ ਰਹਿੰਦੇ ਨੇ, ਇਕੱਠੇ ਹੋ ਕੇ ਰਹਿੰਦੇ ਨੇ, ਉਸ એનર્ਜੀ ਨੂੰ ਆਪਾਂ ਕੀ ਕਹਿੰਦੇ ਆ, ਬਾਈਂਡਿੰਗ એનર્ਜੀ ਆਫ ਅ ਨਿਊਕਲੀਅਸ। ਹੁਣ ਆਪਾਂ ਇਹਨੂੰ ਮੈਜ਼ਰ ਕਿਵੇਂ ਕਰਾਂਗੇ ਬਾਈਂਡਿੰਗ એનર્ਜੀ ਨੂੰ? it is measured by the work required to be done to separate the nucleons an infinite distance apart from the nucleus। ਜਿਹੜਾ ਆਪਾਂ ਵਰਕ ਡਨ ਕਰਾਂਗੇ, ਵਰਕ ਡਨ ਕਦੋਂ ਕਰਾਂਗੇ? ਜਦੋਂ ਆਪਾਂ ਨਿਊਕਲੀਓਨਸ ਨੂੰ ਨਿਊਕਲੀਅਸ ਤੋਂ ਬਹੁਤ ਦੂਰ ਤੱਕ ਲੈ ਕੇ ਜਾਣਾ, ਉਹਨਾਂ ਨੂੰ ਸੈਪਰੇਟ ਕਰ ਦੇਣਾ ਨਿਊਕਲੀਅਸ ਤੋਂ। ਕਿੰਨੇ ਡਿਸਟੈਂਸ ਤੱਕ? ਇਨਫਾਈਨਾਈਟ ਡਿਸਟੈਂਸ ਤੱਕ, ਤਾਂ ਕਿ ਉਹ that they may not interact with each other, ਤਾਂ ਕਿ ਉਹ ਇੱਕ ਦੂਸਰੇ ਨਾਲ ਇੰਟਰੈਕਟ ਹੀ ਨਾ ਕਰ ਸਕਣ। ਤਾਂ ਇਹ ਕੰਮ ਕਰਨ ਲਈ ਜਿਹੜਾ ਆਪਾਂ ਨੂੰ ਵਰਕ ਕਰਨਾ ਪਊਗਾ, ਵਰਕ ਜਿਹੜਾ ਕਰ ਰਹੇ ਹਾਂ ਆਪਾਂ, ਉਸ ਵਰਕ ਨੂੰ ਹੀ ਆਪਾਂ ਇੱਥੇ ਕੀ ਕਹਿ ਰਹੇ ਹਾਂ, ਬਾਈਂਡਿੰਗ એનર્ਜੀ। ਇੱਕ ਨਿਊਕਲੀਓਨਸ ਨੂੰ ਇਨਫਾਈਨਾਈਟ ਡਿਸਟੈਂਸ ਤੱਕ ਦੂਰ ਲੈ ਕੇ ਜਾਣਾ ਨਿਊਕਲੀਅਸ ਤੋਂ, ਤਾਂ ਕਿ ਉਹ ਆਪਸ ਦੇ ਵਿੱਚ ਇੰਟਰੈਕਟ ਨਾ ਕਰ ਸਕਣ, ਉਸ ਵਰਕ ਨੂੰ ਆਪਾਂ ਕੀ ਕਹਿ ਰਹੇ ਹਾਂ ਇੱਥੇ, ਬਾਈਂਡਿੰਗ એનર્ਜੀ। ਐਕਸਪ੍ਰੈਸ਼ਨ ਫਾਈਂਡ ਕਰਨਾ ਬਾਈਂਡਿੰਗ એનર્ਜੀ ਲਈ। ਆਪਣੇ ਕੋਲ ਨਿਊਕਲੀਅਸ ਹੈ, x z ਐਟੋਮਿਕ ਨੰਬਰ, a ਮਾਸ ਨੰਬਰ, z ਨੰਬਰ ਆਫ ਪ੍ਰੋਟੋਨਸ, a ਕੀ ਹੈ ਆਪਣੇ ਕੋਲ ਇੱਥੇ, ਮਾਸ ਨੰਬਰ। ਲੈਟ mp ਮਾਸ ਆਫ ਪ੍ਰੋਟੋਨ, mn mass of neutron and m capital N mass of nucleus। ਇਹ ਸਾਰੇ ਨਿਊਕਲੀਅਸ ਦਾ ਮਾਸ ਕਿੰਨਾ ਹੋਊਗਾ, mn। ਹੁਣ ਮਾਸ ਡਿਫੈਕਟ ਦੀ ਡੈਫੀਨੇਸ਼ਨ ਹੁਣੀ ਦੱਸ ਕੇ ਹਟੀਆਂ, ਡੈਲਟਾ m ਨਾਲ ਡਿਨੋਟ ਕਰਾਂਗੇ ਆਪਾਂ ਉਹਨੂੰ। ਮਾਸ ਆਫ ਨਿਊਕਲੀਓਨਸ, ਸਮ ਆਫ ਡਿਫਰੈਂਸ ਬਿਟਵੀਨ ਸਮ ਆਫ ਮਾਸ ਆਫ ਨਿਊਕਲੀਓਨਸ ਐਂਡ ਮਾਸ ਆਫ ਨਿਊਕਲੀਅਸ। ਦੇਖੋ ZMP plus A minus ZMN, ਇਹ ਦੋਨਾਂ ਕੀ ਹੋ ਗਿਆ, ਮਾਸ ਆਫ ਨਿਊਕਲੀਅਸ, ਪ੍ਰੋਟੋਨਸ ਤੇ ਨਿਊਟਰਨਸ ਮਾਈਨਸ ਮਾਸ ਆਫ ਨਿਊਕਲੀਅਸ। ਦੋਨਾਂ ਦੇ ਮਾਸਿਸ ਦੇ ਡਿਫਰੈਂਸ ਨੂੰ ਆਪਾਂ ਕੀ ਲਿਖ ਰਹੇ ਹਾਂ ਇੱਥੇ, ਮਾਸ ਡਿਫੈਕਟ ਲਿਖ ਰਹੇ ਹਾਂ। ਹੁਣ ਯੂਜ਼ਿੰਗ ਆਇਨਸਟਾਈਨਸ ਮਾਸ એનર્ਜੀ ਰਿਲੇਸ਼ਨ, ਬਾਈਂਡਿੰਗ એનર્ਜੀ ਕਾਹਦੇ ਕੋਲ ਹੋਊਗੀ, ਡੈਲਟਾ mc ਸਕੁਅਰ। mc ਸਕੁਅਰ ਸੀ ਨਾ, ਤਾਂ ਬਾਈਂਡਿੰਗ એનર્ਜੀ ਇੱਥੇ ਕਿੰਨੀ ਹੋਗੀ, ਡੈਲਟਾ mc ਸਕੁਅਰ। ਡੈਲਟਾ m ਦੀ ਵੈਲਿਊ ਪੁੱਟ ਕਰਤੀ, ZMP plus A minus ZMN माइनस m कैपिटल N इंटू C स्क्वेयर, इक्वेशन नंबर 1। ਹੁਣ इसी इक्वेशन नंबर 1 ਦੇ ਵਿੱਚ ZME ਐਡ ਕਰ ਦੋ ਤੇ ਉसी ਚੀਜ਼ ਨੂੰ ਕੀ ਕਰ ਦੋ, ਸਬਟਰੈਕਟ ਕਰ ਦੋ। E ਕੀ ਨੇ ਇੱਥੇ, ਇਲੈਕਟ੍ਰੋਨ ਨੇ। ਦੇਖੋ ਹੁਣ ਫਸਟ ZMP plus ZME, Z ਕੋਮਨ ਆ ਗਿਆ, MP plus ME, A minus ZMN as it is ਲਿਖ ਲਿਆ, ਇਹਨਾਂ ਦੋਨਾਂ ਦੇ ਵਿੱਚੋਂ ਮਾਈਨਸ ਕੋਮਨ ਕਰਕੇ ਲਿਖ ਲਿਆ MN plus ZME, ਟੋਟਲ ਨਾਲ ਮਲਟੀਪਲਾਈ ਕਾਹਦੇ ਚੱਲਦੀ ਹੈ, C ਸਕੁਅਰ। ਹੁਣ MP plus ME ਕੀ ਹੋਊਗਾ ਆਪਣੇ ਕੋਲ, ਪ੍ਰੋਟੋਨ ਤੇ ਇੱਕ ਇਲੈਕਟ੍ਰੋਨ, ਹਾਈਡਰੋਜਨ ਕੋਲ ਹੀ ਹੁੰਦਾ ਹੈ, ਤੇ ਇਹ ਬਣ ਜਾਊਗਾ ZMH plus A minus ZMN, ਇਹ ਸਾਰਾ ਕੀ ਬਣ ਗਿਆ, ਮਾਸ ਆਫ ਐਟਮ ਆਪਣੇ ਕੋਲ, ਮਾਸ ਆਫ ਨਿਊਕਲੀਅਸ ਇਨਟੂ C ਸਕੁਅਰ। ਇਹ ਸੀ ਆਪਣੇ ਕੋਲ ਐਕਸਪ੍ਰੈਸ਼ਨ ਫॉर ਬਾਈਂਡਿੰਗ એનર્ਜੀ। ਬੜਾ ਸੌਖਾ ਜਿਹਾ ਟੌਪਿਕ ਹੈ ਤੇ ਬਹੁਤ ਇੰਪੋਰਟੈਂਟ ਵੀ ਹੈ। ਫਰਸਟਲੀ ਐਕਸਪ੍ਰੈਸ਼ਨ ਫਾਈਂਡ ਕਰਨ ਲਈ ਆਪਾਂ ਨੇ ਕੀ ਕੀਤਾ, ਮਾਸ ਡਿਫੈਕਟ ਫਾਈਂਡ ਕਰਨਾ ਪਊਗਾ ਤੇ ਆਇਨਸਟਾਈਨ ਮਾਸ એનર્ਜੀ ਰਿਲੇਸ਼ਨ ਯੂਜ਼ ਕੀਤਾ। ਬਾਈਂਡਿੰਗ એનર્ਜੀ ਕਿੰਨੀ ਹੋਗੀ, ਡੈਲਟਾ mc ਸਕੁਅਰ। ਡੈਲਟਾ m ਦੀ ਵੈਲਿਊ ਆਪਾਂ ਨੇ ਫਾਈਂਡ ਕੀਤੀ ਸੀ, ਇੱਥੇ ਪੁੱਟ ਕਰਤੀ। ਫਿਰ ਐਡ ਐਂਡ ਸਬਟਰੈਕਟ ZME, ਕਿਉਂਕਿ ਐਡ ਤੇ ਸਬਟਰੈਕਟ ਕਰਨ ਨਾਲ ਇਕੁਏਸ਼ਨ 'ਚ ਕੋਈ ਫਰਕ ਨਹੀਂ ਪਊਗਾ। ਇੱਥੋਂ Z ਕੋਮਨ ਫਾਈਂਡ ਕਰ ਲਿਆ, ਇੱਥੋਂ ਮਾਈਨਸ ਕੋਮਨ ਕੱਢ ਲਿਆ, ਤਾਂ ਆਪਣੇ ਕੋਲ ਬਾਈਂਡਿੰਗ એનર્ਜੀ ਦਾ ਆ ਗਿਆ ZMH plus A minus ZMN minus MX into C ਸਕੁਅਰ। ਇਹ ਸੀ ਬਾਈਂਡਿੰਗ એનર્ਜੀ ਦਾ ਐਕਸਪ੍ਰੈਸ਼ਨ। ਇਸ ਤੋਂ ਪਹਿਲਾਂ ਆਪਾਂ ਨੇ ਡੈਫੀਨੇਸ਼ਨ ਕੀਤੀ ਸੀ। ਨੈਕਸਟ ਹੁਣ ਆਪਣਾ ਟੌਪਿਕ ਹੈ ਐਵਰੇਜ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਆਫ ਅ ਨਿਊਕਲੀਅਸ। ਪਹਿਲਾਂ ਸੀ ਬਾਈਂਡਿੰਗ એનર્ਜੀ, ਹੁਣ ਆਪਣੇ ਕੋਲ ਐਵਰੇਜ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਆਫ ਅ ਨਿਊਕਲੀਅਸ। ਇਹ ਕੀ ਹੈ ਦੇਖੋ, ਐਵਰੇਜ એનર્ਜੀ used to remove a nucleon from the nucleus to infinite distance। ਉਹ એનર્ਜੀ ਜਿਹੜੀ ਇੱਕ ਨਿਊਕਲੀਓਨ ਨੂੰ ਨਿਊਕਲੀਅਸ ਤੋਂ ਇਨਫਾਈਨਾਈਟ ਡਿਸਟੈਂਸ ਤੱਕ ਰਿਮੂਵ ਕਰਨ ਲਈ ਚਾਹੀਦੀ ਹੁੰਦੀ ਹੈ, ਯੂਜ਼ ਕਰਦੇ ਆ ਆਪਾਂ, ਉਸ એનર્ਜੀ ਨੂੰ ਕਹਿ ਦਿੰਦੇ ਆ ਐਵਰੇਜ એનર્ਜੀ।
It is given by total binding energy divided by mass number of the nucleus। ਜੇ ਆਪਾਂ ਨੇ ਇਹ ਐਵਰੇਜ ਬਾਈਂਡਿੰਗ એનર્ਜੀ ਫਾਈਂਡ ਕਰਨੀ ਹੈ, ਫਾਈਂਡ ਕਿਵੇਂ ਕਰਾਂਗੇ? ਜਿਹੜੀ ਦੀ ਟੋਟਲ ਬਾਈਂਡਿੰਗ એનર્ਜੀ ਸੀ ਉਹਨੂੰ ਨਿਊਕਲੀਅਸ ਦੇ ਮਾਸ ਨੰਬਰ ਨਾਲ ਡਿਵਾਈਡ ਕਰ ਦਾਂਗੇ ਤਾਂ ਆਪਣੇ ਕੋਲ ਕੀ ਆ ਜੂਗੀ? ਐਵਰੇਜ ਬਾਈਂਡਿੰਗ એનર્ਜੀ। It is given by total binding energy divided by mass number of the nucleus। Next, variation of binding energy per nucleon with mass number। बहुत important राजे variation binding energy mostly paper ਦੇ ਵਿੱਚ ਆ ਜਾਂਦਾ ਹੁੰਦਾ question। variation of binding energy per nucleon with mass number। variation ਦੇਖਦੇ ਹਾਂ ਆਪਾਂ binding energy per nucleon ਦੀ mass number ਦੇ increase ਜਾਂ decrease ਕਿਵੇਂ ਉਹਦੇ ਨਾਲ ਕਿਵੇਂ ਇਹ vary ਕਰਦੀ ਹੈ। firstly graph ਦੇਖੋ, along x axis ਆਪਾਂ ਨੇ mass number ਲੈ ਲਿਆ, along y axis binding energy per nucleon ਲੈ ਲਈ। 0 50 100 150 200 250 mass number ਨੇ, इधर अपने कोल की है binding energy per nucleon। फर्स्ट देखो हाइड्रोजन के आइसोटोप्स ने, फिर कुछ पीक्स दिख रही ने, फिर एक ब्रॉड मैक्सिमा दिख रहा है, तो इस तो बाद एनर्जी की होनी शुरू होगी? घटनी शुरू होगी। फर्स्ट 1 by 1 पॉइंट रीड करते हैं। Average binding energy per nucleon for light nuclei like hydrogen, deuterium and tritium is small। डायग्राम च देखो, छोटे ਜਿਹੜੇ ਲਾਈਟ ਨਿਊਕਲੀਆਈ ਨੇ, ਹਾਈਡਰੋਜਨ ਦੇ ਆਈਸੋਟੋਪ ਦਿੱਤੇ ਹੋਏ ਨੇ, ਇਹਨਾਂ ਲਈ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਕੀ ਹੈ? ਬਹੁਤ ਘੱਟ ਹੈ। ਇੱਥੋਂ ਪਤਾ ਲੱਗ ਰਿਹਾ 0 ਤੋਂ ਸਟਾਰਟ ਹੋ ਰਹੀ ਹੈ, ਥੋੜੇ ਟਾਈਮ ਇੱਥੇ 25 ਹੋਊਗਾ, ਦੇਖੋ ਕਿੰਨੀ ਘੱਟ એનર્ਜੀ ਹੈ। ਬਾਈਂਡਿੰਗ એનર્ਜੀ ਪਰ ਨਿਊਕਲੀਅਨ ਫॉर ਲਾਈਟਰ ਨਿਊਕਲੀਆਈ ਇਜ਼ ਸਮਾਲ। सेकंड पॉइंट की है अपने कोल, फॉर मास नंबर रेंजिंग फ्रॉम 2 to 20 they are sharply defined peaks corresponding to helium, carbon, oxygen, etc. Peaks indicate that these nuclei are relatively more stable than the other nuclei in their neighborhood। ਹੁਣ 2 to 20 देखो, ਜਿਹੜਾ मास नंबर है 2 to 20 देखो, लिथियम, हीलियम, ਕਾਰਬਨ, ਨਾਈਟ੍ਰੋਜਨ, ਆਕਸੀਜਨ ਦੇ ਦੋਨੋਂ ਆਈਸੋਟੋਪ, ਇੱਥੇ ਪੀਕਸ ਬਣੀਆਂ ਹੋਈਆਂ ਨੇ, ਸ਼ਾਰਪਲੀ ਪੀਕਸ ਬਣੀਆਂ ਹੋਈਆਂ ਨੇ। ਇਹ ਪੀਕਸ ਦਾ ਮਤਲਬ ਕੀ ਹੈ? ਵੀ ਜਿਹੜੇ ਇਹ ਨੇ, ਇਹ ਨਿਊਕਲੀਆਈ ਨੇ, ਇਹਨਾਂ ਦੇ ਨੇਬਰਹੁੱਡ ਦੇ ਵਿੱਚ ਜਿਹੜੇ ਨਿਊਕਲੀਆਈ ਨੇ ਉਹਨਾਂ ਨਾਲੋਂ ਇਹ ਜ਼ਿਆਦਾ ਸਟੇਬਲ ਨੇ। ਇਹ ਪੀਕਸ ਦਾ ਮਤਲਬ ਕੀ ਹੈ? ਜਿਹੜੇ ਇਹ 820 ਤੱਕ ਨੇ, ਇਹਨਾਂ ਦੀ ਜਿਹੜੀ ਸਟੇਬਿਲਿਟੀ ਹੈ ਐਜ਼ ਕੰਪੇਅਰ ਟੂ ਨੇਬਰਹੁੱਡ ਨਿਊਕਲੀਆਈ ਉਹ ਕੀ ਹੈ? ਜ਼ਿਆਦਾ। ਇਹ ਪੀਕਸ ਇਹ डिफाइन कर रही ने इस ग्राफ दे विच। दोनों पॉइंट समझ लग गए। बाइंडिंग एनर्जी पर न्यूक्लियाई फॉर लाइट न्यूक्लियाई स्मॉल होगी। मास नंबर जो 2 to 20 है उत्थे पीक्स बनिया हुई ने, पीक्स जिवें हीलियम दी, कार्बन दी, ऑक्सीजन दी। ये पीक इंडिकेट कर रही भी दीज न्यूक्लियाई आर मोर स्टेबल दैन अदर न्यूक्लियाई इन देयर नेबरहुड। थर्ड पॉइंट है, binding energy has a broad maximum in the range A equal to 30 to 120 correspond to average binding energy per nucleon is 8.5 MeV। Peak value of maximum is 8.8 MeV per nucleon for iron। देखो 30 to 120, इत्थे 25 होगा, थोड़ा आगे जाके 30 to 120 इत्थे तक। ये की हो रहा अपने को 30 to 120 अपनी जी बाइंडिंग एनर्जी है की हो रही है? ब्रॉड मैक्सिमा इनक्रीज हो रही है। तो ब्रॉड मैक्सिमा आ रहा इत्थे तक मैक्सिमम, तो मैक्सिमम वैल्यू हैगी कितनी है? थोड़ा जा ब्रॉड इत्थे जाके फिर घटनी शुरू होगी, नीचे आ रहा है। देखो ग्राफ दे विच 30 to 120 एक ब्रॉड मैक्सिमा आ रहा है, जिथे अपने को वैल्यू कितनी आ रही है एनर्जी दी? मैक्सिमम वैल्यू हैगी एनर्जी दी 8.5 MeV। पर पीक वैल्यू की दी है उत्थे? मैक्सिमम वैल्यू की दी है एनर्जी आयरन दी। मास नंबर कितना है? 56 किन्नी, एक ही अपने को मैक्सिमम वैल्यू है इत्थे एनर्जी दी आयरन दे लई। Next, as the mass number increases, binding energy per nucleon decreases, gradually falling to about 7.6 MeV per nucleon for uranium 238। जिवें जिवें mass number increase कर रहा है, binding energy per nucleon decrease होनी शुरू होगी, घट के
5 MeV तो कितनी रह गई 7.6 MeV ਕਿਹੜੇ ਨਿਊਕਲੀਅਸ ਲਈ यूरेनियम 238 ਇਹ ਕਿਉਂ ਹੈ ਡਿਕਰੀਜ਼ ਆ ਕਿਉਂ ਰਿਹਾ એનર્ਜੀ ਦੇ ਕਿਉਂਕਿ यूरेनियम ਜਿਵੇਂ ਜਿਵੇਂ ਆਪਾਂ ਮਾਸ ਨੰਬਰ ਵਧਾਈ ਜਾਂਦੇ ਆ ਪ੍ਰੋਟੋਨਸ ਦੇ ਵਿੱਚ ਕੂਲਮ ਰਿਪਲਸ਼ਨ ਵੱਧਦੀ ਜਾਂਦੀ ਹੈ ਜਿਹਦੇ ਕਰਕੇ એનર્ਜੀ ਘਟਣੀ ਸ਼ੁਰੂ ਹੋ ਜੂਗੀ ਹੈਵੀ ਨਿਊਕਲੀਅਸ ਇਸੇ ਕਰਕੇ ਕੀ ਹੁੰਦੇ ਨੇ ਲੈਸ ਸਟੇਬਲ ਹੁੰਦੇ ਨੇ ਡਾਇਗਰਾਮ 'ਚ ਦੇਖੋ ਜਿਵੇਂ ਜਿਵੇਂ ਆਪਾਂ ਵੱਡੇ ਵੱਲ ਮਾਸ ਨੰਬਰ ਇਨਕਰੀਜ਼ ਕਰੀ ਜਾ ਰਿਹਾ ਹੈ એનર્ਜੀ ਕੀ ਹੁੰਦੀ ਜਾ ਰਹੀ ਹੈ ਡਿਕਰੀਜ਼ ਹੁੰਦੀ ਜਾ ਰਹੀ ਹੈ ਇਹ ਕੀ ਹੈ ਕਿਉਂ ਡਿਕਰੀਜ਼ ਹੋ ਰਹੀ ਹੈ ਕਿਉਂਕਿ ਪ੍ਰੋਟੋਨਸ ਦੇ ਵਿੱਚ ਕੂਲਮ ਰਿਪਲਸ਼ਨ ਵੱਧ ਜਾਂਦੀ ਹੈ ਜਿਹਦੇ ਕਰਕੇ એનર્ਜੀ ਆਪਣੀ ਕੀ ਹੋ ਰਹੀ ਹੈ ਘਟ ਰਹੀ ਹੈ ਇਹ ਸੀ 4 ਪੁਆਇੰਟਸ ਸੀ ਆਪਣੇ ਕੋਲ ਜਿਹੜੇ ਆਪਾਂ ਇਸ ਗ੍ਰਾਫ ਤੋਂ ਫਾਈਂਡ ਆਊਟ ਕੀਤੇ ਸੀ ਵੇਰੀਏਸ਼ਨ ਆਫ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਵਿਦ ਮਾਸ ਨੰਬਰ ਦੁਬਾਰਾ ਰੀਡ ਕਰ ਲੈਂਦੇ ਆ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਇਜ਼ ਸਮੋਲ ਫॉर ਲਾਈਟ ਨਿਊਕਲੀਆਈ ਜਿਹੜੇ ਲਾਈਟ ਨਿਊਕਲੀਆਈ ਨੇ ਉਹਨਾਂ ਲਈ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਸਮੋਲ ਸੈਕੰਡ ਪੁਆਇੰਟ ਹੈ 0 ਤੋਂ ਇਸ ਤੋਂ ਬਾਅਦ 20 ਤੱਕ ਲੈ ਕੇ 2 ਤੋਂ 20 ਜਿਹੜੇ ਆਪਣੇ ਕੋਲ ਸ਼ਾਰਪਲੀ ਡਿਫਾਈਨਡ ਪੀਕਸ ਨੇ ਗ੍ਰਾਫ ਦੇ ਵਿੱਚ ਇਹ ਪੀਕਸ ਕੀ ਇੰਡੀਕੇਟ ਕਰ ਰਹੀਆਂ ਨੇ ਵੀ ਜਿਹੜੇ ਇਹ ਨਿਊਕਲੀਆਈ ਨੇ ਆਪਣੇ ਨੇਬਰਹੁੱਡ ਵਾਲੇ ਨਿਊਕਲੀਆਈ ਤੋਂ ਜ਼ਿਆਦਾ ਸਟੇਬਲ ਨੇ ਨੈਕਸਟ ਫਿਰ 30 to 120 ਇੱਕ ਬ੍ਰੋਡ ਮੈਕਸਿਮਮ ਆਉਂਦਾ એનર્ਜੀ ਦੇ ਵਿੱਚ ਤੇ ਮੈਕਸਿਮਮ એનર્ਜੀ ਐਵਰੇਜ ਕਿੰਨੀ ਹੁੰਦੀ ਹੈ ਇੱਥੇ એનર્ਜੀ ਦੀ ਇਸ ਰੇਂਜ ਦੇ ਵਿੱਚ 8.5 MeV ਤੇ ਆਇਰਨ ਲਈ ਇੱਥੇ ਮੈਕਸਿਮਮ ਆਪਣੇ ਕੋਲ 8.8 MeV ਜਿਵੇਂ ਜਿਵੇਂ ਆਪਾਂ ਮਾਸ ਨੰਬਰ ਇਨਕਰੀਜ਼ ਕਰ ਰਹੇ ਹਾਂ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਡਿਕਰੀਜ਼ ਹੋ ਜਾਂਦੀ ਹੈ ਯੂਰੇਨੀਅਮ ਲਈ ਕਿੰਨੀ ਰਹਿ ਜਾਂਦੀ ਹੈ 7.6 MeV ਬਿਕੋਜ਼ ਕੂਲਮ ਰਿਪਲਸ਼ਨ ਪ੍ਰੋਟੋਨਸ ਦੇ ਵਿੱਚ ਵੱਧ ਜਾਂਦੀ ਹੈ ਇਹਦੇ ਕਰਕੇ એનર્ਜੀ ਘਟੂਗੀ ਇਸੇ ਕਰਕੇ ਆਪਣੇ ਕੋਲ ਜਿਹੜੇ ਹੈਵੀ ਨਿਊਕਲੀਅਸ ਹੁੰਦੇ ਨੇ ਉਹ ਘੱਟ ਸਟੇਬਲ ਹੁੰਦੇ ਨੇ ਇਹ ਸੀ ਵੇਰੀਏਸ਼ਨ ਆਫ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਵਿਦ ਮਾਸ ਨੰਬਰ ਹੁਣ ਇਹਦੀ ਇੰਪੋਰਟੈਂਸ ਕੀ ਹੈ ਇੱਥੋਂ ਆਪਾਂ ਨੂੰ ਪਤਾ ਕੀ ਲੱਗਦਾ ਇੰਪੋਰਟੈਂਸ ਆਫ ਬਾਈਂਡਿੰਗ એનર્ਜੀ ਕਰਵ ਜਿਹੜੀ ਆਪਾਂ ਕਰਵ ਡਰਾ ਕੀਤੀ ਹੈ ਉਹਦੀ ਇੰਪੋਰਟੈਂਸ ਕੀ ਹੈ ਫਸਟ ਪੁਆਇੰਟ ਹੈ ਦੋ ਚੀਜ਼ਾਂ ਪਤਾ ਲੱਗਦੀਆਂ ਨੇ ਆਪਾਂ ਨੂੰ ਬਾਈਂਡਿੰਗ એનર્ਜੀ ਕਰਵ ਤੋਂ ਨਿਊਕਲੀਅਰ ਫਿਸ਼ਨ ਐਂਡ ਨਿਊਕਲੀਅਰ ਫਿਊਜ਼ਨ ਬਾਰੇ ਵੀ ਨਿਊਕਲੀਅਰ ਫਿਸ਼ਨ ਹੋ ਰਹੀ ਹੈ ਤੇ ਨਿਊਕਲੀਅਰ ਫਿਊਜ਼ਨ ਹੋ ਰਹੀ ਹੈ ਫਸਟ ਪੁਆਇੰਟ when we move from the heavy nuclei region to middle region of the plot ਜਦੋਂ ਆਪਾਂ heavy nucleus ਤੋਂ middle ਦੇ ਵਿੱਚ ਆਉਂਦੇ ਆ plot ਦੇ ਆਪਾਂ ਦੇਖਦੇ ਆ there will be gain in overall binding energy and hence release of energy overall binding energy increase ਹੋ ਰਹੀ ਹੈ એનર્ਜੀ ਦੇ ਵਿੱਚ ਗੇਨ ਹੋ ਰਹੀ ਹੈ ਇਹ ਕੀ ਇੰਡੀਕੇਟ ਕਰ ਰਿਹਾ ਹੈ ਵੀ ਜਦੋਂ when a nucleus breaks into two roughly equal fragments energy can be released ਤਾਂ ਜਦੋਂ ਵੱਡਾ ਨਿਊਕਲੀਅਸ ਹੈ ਦੋ ਰਫਲੀ ਇਕੁਅਲ ਫਰੈਗਮੈਂਟਸ ਦੇ ਵਿੱਚ ਟੁੱਟ ਜਾਂਦਾ ਹੈ એનર્ਜੀ ਉਦੋਂ ਰਿਲੀਜ਼ ਹੋਊਗੀ ਤਾਂ ਇਸ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਆ ਨਿਊਕਲੀਅਰ ਫਿਸ਼ਨ ਹੈ ਤੁਹਾਨੂੰ ਫਿਸ਼ਨ ਤੇ ਫਿਊਜ਼ਨ ਬਾਰੇ ਪਹਿਲਾਂ ਵੀ ਪਤਾ ਹੈ ਸੈਕੰਡ ਪੁਆਇੰਟ ਹੈ when we move from light nuclei to heavy ਜਦੋਂ ਆਪਾਂ ਲਾਈਟਰ ਨਿਊਕਲੀਆਈ ਤੋਂ ਹੈਵੀ ਵੱਲ ਜਾਂਦੇ ਆ ਅਗੇਨ ਦੇਖਿਆ ਜਾਂਦਾ there is gain in overall binding energy and hence release of energy ਫਿਰ એનર્ਜੀ ਦੇ ਵਿੱਚ ਗੇਨ ਹੋ ਰਿਹਾ ਤੇ એનર્ਜੀ ਰਿਲੀਜ਼ ਹੋ ਰਹੀ ਹੈ this indicates that energy can be released when two or more lighter nuclei fuse together to form heavy nucleus ਇਹਦਾ ਕੀ ਮਤਲਬ ਹੈ ਕਿ ਜਦੋਂ ਦੋ ਲਾਈਟਰ ਨਿਊਕਲੀਆਈ ਇਕੱਠੇ ਹੋ ਕੇ ਫਿਊਜ਼ ਹੋ ਕੇ ਕੀ ਬਣਾ ਦੇਣਗੇ ਇੱਕ ਹੈਵੀ ਨਿਊਕਲੀਅਸ ਬਣਾ ਦੇਣਗੇ ਤਾਂ ਉੱਥੇ ਵੀ એનર્ਜੀ ਕੀ ਹੋਊਗੀ ਰਿਲੀਜ਼ ਹੋਊਗੀ ਇਸ ਪ੍ਰੋਸੈਸ ਨੂੰ ਆਪਾਂ ਕਹਿ ਦਿੰਦੇ ਆ ਨਿਊਕਲੀਅਰ ਫਿਊਜ਼ਨ ਦੇਖੋ ਜਦੋਂ ਆਪਾਂ ਯੂਰੇਨੀਅਮ ਤੋਂ ਹੈਵੀ ਨਿਊਕਲੀਅਸ ਤੋਂ ਮਿਡਲ ਰੇਂਜ ਤੱਕ ਜਾਂਦੇ ਆ એનર્ਜੀ ਗੇਨ ਹੋ ਰਹੀ ਹੈ ਮਤਲਬ ਕਿ ਗੇਨ ਹੋ ਰਹੀ ਹੈ ਇੱਥੇ ਯੂਰੇਨੀਅਮ ਕੀ ਹੋ ਰਿਹਾ ਹੈ ਸਮੋਲ ਫਰੈਗਮੈਂਟਸ ਦੇ ਟੁੱਟ ਕੇ ਸਮੋਲ ਫਰੈਗਮੈਂਟਸ ਦੇ ਵਿੱਚ ਟੁੱਟ ਰਿਹਾ ਤੇ એનર્ਜੀ ਰਿਲੀਜ਼ ਹੋ ਰਹੀ ਹੈ ਜਦੋਂ ਆਪਾਂ ਲਾਈਟ ਨਿਊਕਲੀਆਈ ਤੋਂ ਹੈਵੀ ਵੱਲ ਜਾ ਰਹੇ ਹਾਂ ਉੱਪਰ ਨੂੰ ਇਨਕਰੀਜ਼ ਕਰ ਰਹੇ ਹਾਂ ਤਾਂ એનર્ਜੀ ਗੇਨ ਹੋ ਰਹੀ ਹੈ ਮਤਲਬ ਕਿ ਲਾਈਟ ਨਿਊਕਲੀਆਈ ਇਕੱਠੇ ਹੋ ਕੇ ਕੀ ਬਣਾ ਰਹੇ ਨੇ ਇੱਕ ਹੈਵੀ ਨਿਊਕਲੀਅਸ ਤਾਂ ਉੱਥੇ ਵੀ એનર્ਜੀ ਕੀ ਹੋ ਰਹੀ ਹੈ ਰਿਲੀਜ਼ ਹੋ ਰਹੀ ਹੈ ਤੇ ਇਹਦੀ ਇੰਪੋਰਟੈਂਸ ਇਹ ਹੈ ਵੀ ਆਪਾਂ ਨੂੰ ਬਾਈਂਡਿੰਗ એનર્ਜੀ ਕਰਵ ਤੋਂ ਨਿਊਕਲੀਅਰ ਫਿਸ਼ਨ ਐਂਡ ਨਿਊਕਲੀਅਰ ਫਿਊਜ਼ਨ ਬਾਰੇ ਕੀ ਲੱਗਦਾ ਹੈ ਪਤਾ ਚੱਲਦਾ ਦੋਨੇ ਪੁਆਇੰਟ ਹੋ ਗਏ ਨਿਊਕਲੀਅਰ ਫਿਸ਼ਨ ਐਂਡ ਨਿਊਕਲੀਅਰ ਫਿਊਜ਼ਨ ਨੈਕਸਟ ਇੱਥੇ ਤੱਕ ਸੀ ਆਪਣਾ ਅੱਜ ਦਾ ਟੌਪਿਕ ਕੀ ਕੁਝ ਪੜਿਆ ਅੱਜ ਆਪਾਂ ਨੇ ਮਾਸ એનર્ਜੀ ਰਿਲੇਸ਼ਨ ਮਾਸ ਡਿਫੈਕਟ binding energy per nucleon variation of binding energy with mass number and importance of binding energy curve binding energy ਦਾ topic ਬਹੁਤ ਜ਼ਿਆਦਾ important ਹੈ ਇਸ ਲਈ ਧਿਆਨ ਨਾਲ ਪੜ੍ਹਨਾ ਹੈ I hope ਸਭ ਨੂੰ topic ਸਮਝ ਲੱਗੇ ਹੋਣਗੇ thank you